ਖੁੱਲ੍ਹੀਆਂ ਵਾਦੀਆਂ, ਖੁੱਲ੍ਹੀਆਂ ਆਬਾਦੀਆਂ ਤੇ ਪੰਛੀਆਂ ਦੀਆਂ ਉਡਾਰੀਆਂ ਇਹ ਦੱਸਦੀਆਂ ਆਜ਼ਾਦੀ ਦੀ ਕੀ ਅਹਿਮੀਅਤ ਹੈ। ਤੇ ਆਜ਼ਾਦੀ ਦੇ ਰਾਖੇ ਤੇ ਆਜ਼ਾਦੀ ਦਾ ਢੋਲ ਵਜਾਉਣ ਵਾਲੇ ਤੇ ਆਜ਼ਾਦੀ ਦਾ ਸੁੱਖ ਮਾਣਨ ਵਾਲੇ ਇਹ ਕਿੱਥੋਂ ਤੱਕ ਤੇ ਕਿਵੇਂ ਜਾਂਦੇ ਨੇ। ਇਹ ਗੱਲਾਂ ਜਿਹੜੀਆਂ ਕਿਸ ਹਿਸਾਬ ਨਾਲ ਸਾਨੂੰ ਇੱਕ ਮਾਨਵਤਾ ਦੇ ਪ੍ਰਤੀ ਇੱਕ ਸਤਿਕਾਰ ਪੈਦਾ ਕਰਨ ਵਾਸਤੇ ਇੱਕ ਯਤਨ ਦਿੰਦੀਆਂ। ਇਸ ਯਤਨ ਦੀ ਗੱਲ ਕਰਦੇ ਕਰਦੇ ਅੱਗੇ ਚੱਲਦੇ ਹਾਂ ਤੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ। ਬੜੇ ਦਿਨਾਂ ਬਾਅਦ ਆਏ ਨੇ ਤੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਡਾਕਟਰ ਸਾਹਿਬ, ਭਾਰਤ ਦੇ ਵਿੱਚ ਜੋ ਹੋ ਰਿਹਾ ਇਸ ਵੇਲੇ, ਨੰਦੇੜ ਦੀ ਖਬਰ ਆਈ ਸੀ 2 ਸਿੱਖ ਬੱਚਿਆਂ ਨੂੰ ਉੱਥੇ ਉਹਨਾਂ ਨੇ ਜਿਹੜੇ ਸੋ ਕਾਲਡ ਰਾਸ਼ਟਰਵਾਦੀ ਨੇ ਉਹਨਾਂ ਨੇ ਕਤਲ ਕੀਤਾ। ਔਰ ਕੋਈ ਵੀ ਰਾਸ਼ਟਰਵਾਦੀ ਜਾਂ ਐਂਟੀ ਟੈਰਰਿਸਟ ਫਰੰਟ ਵਾਲੇ ਜਿਹੜਾ ਭਾਵੇਂ ਮਨਿੰਦਰਜੀਤ ਸਿੰਘ ਬਿੱਟਾ ਹੈ ਤੇ ਭਾਵੇਂ ਵੀਰੇਸ਼ ਸ਼ੰਡਿਆਲ ਜੀ ਹੈ, ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਪਾਈ। ਨਾ ਉਹਨਾਂ ਨੇ ਇਸ ਚੈਨਲ ਨੂੰ ਸਾਰਵਜਨਕ ਹੋ ਕੇ ਦੱਸਣ ਦਾ ਯਤਨ ਕੀਤਾ। ਬੇਨਤੀ ਹੈ ਉਹ ਜ਼ਰੂਰ ਆਉਣ ਮੇਰੇ ਚੈਨਲ 'ਤੇ ਔਰ ਦੱਸਣ। ਤੇ ਜੇ ਇਹੋ ਜਿਹਾ ਰਾਸ਼ਟਰਵਾਦ ਹੈ ਤੇ ਯੂਪੀ 'ਚ ਵੀ ਇੱਕ ਬੱਚੇ ਦਾ ਕਤਲ ਕੀਤਾ ਗਿਆ, ਜੈ ਸ਼੍ਰੀ ਰਾਮ ਜੀ ਦਾ ਨਾਅਰਾ ਲਾਇਆ ਗਿਆ, ਉੱਥੇ ਉਹਦੇ ਉੱਤੇ ਡੈੱਡ ਬੋਡੀ ਉੱਤੇ ਡਾਂਸ ਕੀਤਾ ਗਿਆ। ਇਹ ਵੀਡੀਓ ਵਾਇਰਲ ਹੋਈਆਂ ਨੇ। ਇਹ ਕੀ ਸੰਕੇਤ ਦਿੰਦੀਆਂ? ਰਾਸ਼ਟਰਵਾਦੀਆਂ ਦੇ ਮੂੰਹ 'ਤੇ ਚਪੇੜ ਹੈ ਜਾਂ ਕੀ ਹਿਸਾਬ ਹੈ? ਇਹ ਮਨੁੱਖਤਾ ਜਿਹੜੀ ਹੈ ਸਾਡੇ ਦੇਸ਼ ਨੂੰ ਕਿੱਧਰ ਲਿਜਾਏਗੀ? 5 ਟ੍ਰਿਲੀਅਨ ਡਾਲਰ ਇਕੋਨਮੀ ਜਿਹੜੀ ਹੈ ਮੋਦੀ ਜੀ ਦੀ, ਉਸ ਨੂੰ ਕਿਸ ਰੁੱਖ ਨਾਲ ਇਹ ਤੋਰੇਗੀ? ਕੀ ਅਸੀਂ ਉਸੇ ਜਗ੍ਹਾ 'ਤੇ ਹਾਂ ਜਿਹੜੀਆਂ ਡਾਰਕ ਏਜਿਸ ਸੀ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਰ। ਜਿਵੇਂ ਕਿ ਗੱਲ ਕੀਤੀ ਗਈ ਹੈ, ਸਾਡੇ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਸ਼ੁਰੂ ਤੋਂ ਹੀ ਜਿਹੜਾ ਹੈ ਹਮੇਸ਼ਾ ਕੁਐਸਚਨ 'ਚ ਰਿਹਾ। ਉਸੇ ਤਰ੍ਹਾਂ ਆਹ ਜਿਹੜੇ 2-4 ਇੰਸੀਡੈਂਟ ਇਨ ਲਾਈਨ ਹੋ ਗਏ ਹੈ, ਚਾਹੇ ਉਹ ਮਹਾਰਾਸ਼ਟਰ ਦਾ ਹੋਵੇ ਚਾਹੇ ਉਹ ਯੂਪੀ ਬਿਹਾਰ ਦਾ ਹੋਵੇ, ਇਹ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ 'ਤੇ ਸਵਾਲ ਉਠਾਉਂਦਾ ਹੈ। ਹੁਣ ਗੱਲ ਜੇ ਕੀਤੀ ਜਾਏ ਕਿ ਇਹ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਇਹ ਸਾਡੇ ਕਰਕੇ ਹੈ ਜਾਂ ਇਜ਼ ਇਟ ਰਿਲੀਜਨ ਬੇਸਡ ਜਾਂ ਕੀ ਹੈ? ਕਿਉਂਕਿ ਤੁਸੀਂ ਨੋਟਿਸ ਕੀਤਾ ਨਾ ਇੱਕ ਪੈਟਰਨ ਹੈ ਸਾਰੇ ਕਿਲਿੰਗਸ ਦੇ ਵਿੱਚ ਕਿ ਕਿਸੇ ਰਿਲੀਜਨ ਦਾ ਨਾਮ ਲਿੱਤਾ ਗਿਆ ਹੈ। ਜਿਵੇਂ ਜਿਹੜਾ ਮੁੰਬਈ 'ਚ ਹੋਇਆ ਉੱਥੇ ਸਿੱਖ ਬੱਚਿਆਂ ਨੂੰ ਜਿਹੜਾ ਹੈ ਵਾਲਾਂ ਤੋਂ ਖਿੱਚ ਕੇ ਉਹਨਾਂ ਦਾ ਜਿਹੜਾ ਹੈ ਮਰਡਰ ਕੀਤਾ ਗਿਆ ਹੈ। ਜਿਹੜਾ ਯੂਪੀ ਵਾਲਾ ਇੰਸੀਡੈਂਟ ਹੈ ਉਹਦੇ ਵਿੱਚ ਮਰਡਰ ਕਰਨ ਤੋਂ ਬਾਅਦ ਜੈ ਸ਼੍ਰੀ ਰਾਮ ਦਾ ਨਾਰਾ ਲਗਾਇਆ ਗਿਆ ਹੈ। ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈ ਮੇਰੇ ਮੁਤਾਬਿਕ ਸਿਰਫ ਰਿਲੀਜਨ ਨੂੰ ਟਾਰਗੇਟ ਕਰਨ ਲਈ ਕੀਤੀਆਂ ਗਈਆਂ। ਤੁਸੀਂ ਇਹ ਦੇਖੋ ਕਿ ਕੋਈ ਵੀ ਮਜ਼ਹਬ ਜਿਹੜਾ ਹੈ, ਚਾਹੇ ਉਹ ਸਿੱਖ ਰਿਲੀਜਨ ਹੈ ਚਾਹੇ ਉਹ ਹਿੰਦੂ ਰਿਲੀਜਨ ਹੈ, ਉਹ ਦੇਖੋ ਮਾਰ ਕਟਾਈ ਨਹੀਂ ਸਿਖਾਉਂਦਾ। ਉਹ ਇਹ ਨਹੀਂ ਸਿਖਾਉਂਦਾ ਕਿ ਰਿਲੀਜਨ ਦੇ ਨਾਮ 'ਤੇ ਕਿਸੇ ਨੂੰ ਮਾਰ ਦਿੱਤਾ ਜਾਏ, ਤੇ ਖਾਸ ਕਰਕੇ ਬੱਚਿਆਂ ਨੂੰ। ਸੋ ਇਹ ਜਿਹੜੀ ਕਿਲਿੰਗਸ ਹੋ ਰਹੀਆਂ ਹੈ ਇਹ ਮੈਨੂੰ ਲੱਗਦਾ ਹੈ ਕਿ ਸਿਰਫ ਧਿਆਨ ਭਟਕਾਉਣ ਲਈ ਤੇ ਜਾਂ ਵੋਟ ਬੈਂਕ ਆਪਣੇ ਉਹਦੇ 'ਚ ਕਰਨ ਲਈ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਜਿਹੜਾ ਹੈ ਖਰਾਬ ਕੀਤਾ ਜਾ ਰਿਹਾ ਬਾਰ-ਬਾਰ ਅਲੱਗ-ਅਲੱਗ ਸਟੇਟਸ ਦੇ ਵਿੱਚ। ਹੁਣ ਅਗੇਨ ਸਵਾਲ ਇਹ ਉੱਠਦਾ ਹੈ ਕਿ ਇਹ ਸਭ ਚੀਜ਼ਾਂ ਇਹ ਦਿਖਾਈਆਂ ਜਾ ਰਹੀਆਂ ਕਿ ਬੀਜੇਪੀ ਰਾਜ ਦੇ ਵਿੱਚ ਵੀ ਜਿਹੜਾ ਹੈ ਇਹ ਸਭ ਹੋ ਸਕਦਾ ਹੈ। ਇਹ ਜਿਹੜੀ ਬੀਜੇਪੀ ਲੈਡ ਗਵਰਨਮੈਂਟ ਹੈ, ਸੈਂਟਰਲ ਗਵਰਨਮੈਂਟ ਹੈ, ਇਹਨੂੰ ਜਿਹੜਾ ਹੈ ਆਪਣੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਦੇਖਣਾ ਚਾਹੀਦਾ ਹੈ। ਹੋਮ ਮਿਨਿਸਟਰ ਸਾਡੇ ਅਮਿਤ ਸ਼ਾਹ ਜੀ ਹੈ, ਉਹਨਾਂ ਨੂੰ ਇਹਦੇ ਉੱਤੇ ਧਿਆਨ ਖਾਸ ਦੇਣਾ ਚਾਹੀਦਾ ਕਿ ਜੇ ਆਪਣੀ ਲਾਅ ਐਂਡ ਆਰਡਰ ਸਿਚੁਏਸ਼ਨ ਦਾ ਦੇਖਿਆ ਜਾਏ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਹੈ। ਬਟ ਗੱਲ ਇਹ ਕੀਤੀ ਜਾ ਰਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇਹ ਸਾਡਾ ਕਹਿੰਦੇ ਲਾਅ ਹੈ, ਸਾਡਾ ਕਾਨੂੰਨ ਇੰਨੇ ਬਣੇ ਹੋਏ, ਫਿਰ ਵੀ ਇਹ ਸਭ ਚੀਜ਼ਾਂ ਰਿਪੀਟ ਕਿਉਂ ਹੋ ਰਹੀਆਂ? ਕਿਉਂ ਬਾਰ-ਬਾਰ ਜਿਹੜਾ ਹੈ ਕੁੜੀਆਂ ਦੇ ਰੇਪ ਹੋਣਾ ਦਿੱਲੀ ਦੇ ਵਿੱਚ ਜਾਂ ਫਿਰ ਹੋਰ ਜਗ੍ਹਾਵਾਂ 'ਤੇ ਇਹ ਸਭ ਚੀਜ਼ਾਂ ਜਿਹੜੇ ਇੰਸੀਡੈਂਟਸ ਵਾਪਰਦੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਜਿਹੜਾ ਹੈ ਮੋਦੀ ਜੀ ਦਾ, ਉਹ ਕਿ ਆਪਾਂ ਦੇ ਨਾਲ ਦੇਖੀਏ ਕਿ ਇਜ਼ ਇਟ ਇਨ ਲਾਈਨ ਵਿਦ ਆਲ ਦੀਜ਼ ਇੰਸੀਡੈਂਟਸ ਵਿਚ ਆਰ ਹੈਪਨਿੰਗ ਇਨ ਦੀ ਕੰਟਰੀ। ਉੱਦਾਂ ਅਸੀਂ ਕਹਿੰਦੇ ਹਾਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਜਿਹੜਾ ਹੈ ਉਹ ਸਾਡੇ ਲਈ ਇੰਨਾ ਜ਼ਰੂਰੀ ਹੈ। ਵੀ ਆਲਵੇਜ਼ ਸਪੋਰਟ ਵੂਮੈਨ। ਪ੍ਰੈਜ਼ੀਡੈਂਟ ਜਿਹੜੇ ਤੁਸੀਂ ਇੱਕ ਵੂਮੈਨ ਅਪੋਇੰਟ ਕਰ ਦਿੱਤੀ ਹੈ ਇਸੀ ਚੱਕਰ 'ਚ ਇਹ ਦਿਖਾਉਣ ਲਈ ਕਿ ਵੂਮੈਨ ਇਜ਼ ਲੀਡਿੰਗ ਦੀ ਕੰਟਰੀ, ਵੂਮੈਨ ਇਜ਼ ਦੀ ਰਿਪਬਲਿਕ ਹੈਡ ਆਫ ਦੀ ਕੰਟਰੀ ਬਟ ਦੀ ਹੈਡ ਆਫ ਦੀ ਰਿਪਬਲਿਕ। ਬਟ ਦੀ ਪੁਆਇੰਟ ਇਜ਼ ਤੁਸੀਂ ਜਿਹੜੇ ਫੀਮੇਲ ਰੈਸਲਰਸ ਨੇ ਉਹਨਾਂ ਦੇ ਲਈ ਕੁਛ ਨਹੀਂ ਕਰ ਰਹੇ। ਤੁਸੀਂ ਦੇਖ ਲਓ ਫੀਮੇਲ ਰੈਸਲਰਸ ਜਿਹੜੇ ਹੈ ਆਲਰੇਡੀ ਇੰਨੇ ਟਾਈਮ ਤੋਂ ਉੱਥੇ ਬੈਠੇ, ਉਹਨਾਂ ਨਾਲ ਇੰਨੀ ਜਿਹੜਾ ਹੈ ਹੱਥੋਂ-ਪਾਈ ਕੀਤੀ ਗਈ, ਪੁਲਿਸ ਨੇ ਕਿੱਦਾਂ ਅਤਿਆਚਾਰ ਕੀਤੇ ਉਹਨਾਂ 'ਤੇ, ਉਹਨਾਂ ਨੇ ਕਿੱਦਾਂ ਰੈਜ਼ਿਸਟੈਂਸ ਦਿਖਾਈ ਜਦੋਂ ਉਹਨਾਂ ਨੂੰ ਰੋਕਿਆ ਗਿਆ ਜੰਤਰ ਮੰਤਰ 'ਤੇ ਬੈਠਣ ਲਈ। ਤੇ ਇੰਨੀ ਸਾਰੀ ਸੈਲੇਬ੍ਰਿਟੀਜ਼, ਇੰਨੀ ਸਾਰੀ ਪਰਸਨੈਲਿਟੀਜ਼ ਉੱਥੇ ਆ ਕੇ ਉੱਥੇ ਬੋਲ ਕੇ ਗਈਆਂ, ਬਟ ਤੁਹਾਨੂੰ ਲੱਗਦਾ ਹੈ ਕਿ ਕੀ ਕੋਈ ਉਹਦੇ 'ਤੇ ਕਾਰਵਾਈ ਕੀਤੀ ਗਈ? ਆਨਸਰ ਇਜ਼ ਨੋ। ਸੋ ਇਹ ਮੈਨੂੰ ਲੱਗਦਾ ਸਵਾਲੀਆ ਨਿਸ਼ਾਨ ਬੀਜੇਪੀ ਦੇ ਉੱਤੇ ਖੜਾ ਕਰ ਰਹੇ ਸਾਰੇ ਇੰਸੀਡੈਂਟਸ, ਜੰਤਰ ਮੰਤਰ ਦਾ ਜਿਹੜਾ ਪ੍ਰੋਟੈਸਟ ਹੈ। ਸੋ ਅਗੇਨ ਜਿਹੜਾ ਹੈ ਕਹਿੰਦੇ ਕਿ ਜਦੋਂ ਕੋਈ ਵੀ ਪਾਰਟੀ ਪਾਵਰ 'ਚ ਆਉਂਦੀ ਹੈ ਤਾਂ ਉਹਦਾ ਡਾਊਨਫਾਲ ਵੀ ਜ਼ਰੂਰ ਆਉਂਦਾ ਹੈ। ਤਾਂ ਸ਼ਾਇਦ ਬੀਜੇਪੀ ਇਜ਼ ਲੀਡਿੰਗ ਟੂਵਰਡਸ ਦੈਟ ਡਾਊਨਫਾਲ ਕਿ ਇਹ ਜਿਹੜੀ ਇੰਸੀਡੈਂਟਸ ਹੈ ਸੀਰੀਜ਼ ਦੇ ਵਿੱਚ ਆ ਰਹੇ ਨੇ।
ਹੁਣ ਗੱਲ ਕੀਤੀ ਜਾਵੇ ਵਿਮਨ ਰੈਸਲਰਸ ਦੀ, ਸਾਨੂੰ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਖੁਦ ਆਲ ਇੰਡੀਆ ਫੈਡਰੇਸ਼ਨ ਆਫ ਵੂਮਨ ਲਾਇਰਸ ਦੇ ਹੈੱਡ ਹੋ, ਪ੍ਰੈਜ਼ੀਡੈਂਟ ਹੋ, ਸੈਕਟਰੀ ਹੋ, ਤੇ ਫਿਰ ਤੁਸੀਂ ਕਿਉਂ ਨਹੀਂ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ। ਮੈਂ ਖੁਦ ਪਰਸਨਲੀ ਜੰਤਰ ਮੰਤਰ ਜਾ ਕੇ ਆਈ ਹਾਂ, ਮੈਂ ਇੱਥੇ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਧਰਨਾ ਉੱਥੇ ਰੈਗੂਲਰਲੀ ਵਿਜ਼ਿਟ ਕਰਦੀ ਰਹਿੰਦੀ ਹਾਂ। ਉੱਥੇ ਸਿਗਨੇਚਰ ਕੈਂਪੇਨ ਚੱਲਿਆ ਸਾਡਾ ਅਗੇਂਸਟ ਥੀਜ਼ ਐਟਰੋਸਿਟੀਜ਼, ਅਗੇਂਸਟ ਦੀ ਪੌਸ਼ ਐਕਟ, ਜੋ ਵੀ ਪੌਸ਼ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਕਰਨੀ ਹੈ, ਉਹਨੂੰ ਠੀਕ ਕਰਨ ਦੀ। ਬਟ ਗੱਲ ਇਹ ਕੀਤੀ ਜਾ ਰਹੀ ਹੈ ਕਿ ਇਹ ਸਾਰੇ ਐਫਰਟਸ ਸਾਡੇ ਜਾਂ ਵਿਮਨ ਲਾਇਰਸ ਦੇ ਜਾਂ ਫਿਰ ਪੋਲੀਟੀਸ਼ੀਅਨਸ ਦੇ, ਲੀਡਰਸ ਦੇ, ਕਿ ਇਹ ਇਨ ਵੇਨ ਜਾ ਰਹੇ ਹੈ, ਕਿ ਇਹ ਇੱਕ ਫਰਟਾਈਲ ਐਕਸਰਸਾਈਜ਼ ਬਣ ਕੇ ਰਹਿ ਗਈ ਹੈ? ਆਨਸਰ ਇਜ਼ ਯੈਸ। ਇਹ ਸਭ ਤੋਂ ਵੱਡਾ ਦੇਖੋ ਤੁਸੀਂ ਗੱਲ ਕੀਤੀ ਜਾਏ ਕਿ ਸਰਕਾਰ ਆਪਣੀ ਹੀ ਜਿਹੜਾ ਮਿਨਿਸਟਰ ਬ੍ਰਿਜ ਭੂਸ਼ਣ ਉਹਦੇ ਅਗੇਂਸਟ ਕੋਈ ਐਕਸ਼ਨ ਨਹੀਂ ਲੈ ਪਾ ਰਹੀ। ਸੋ ਮੋਦੀ ਦੇ ਜਿਹੜੇ ਇਹ ਟੈਨਿਓਰ ਦੇ ਵਿੱਚ, ਜਿਹੜਾ ਸੈਕਿੰਡ ਟੈਨਿਓਰ ਮੋਦੀ ਨੇ ਇੰਜੋਏ ਕੀਤਾ, 10 ਇਅਰਸ ਆਲਮੋਸਟ ਉਹਨੇ ਜਿਹੜਾ ਹੈ ਇੰਡੀਆ ਤੇ ਰਾਜ ਕੀਤਾ, ਉਹ ਟੈਨਿਓਰ ਦੇ ਉੱਤੇ ਪਲੱਸ ਨੈਕਸਟ ਅਪਕਮਿੰਗ ਇਲੈਕਸ਼ਨਸ ਦੇ ਵਿੱਚ ਇਹਦਾ ਅਸਰ ਮੈਨੂੰ ਲੱਗਦਾ ਬਿਲਕੁਲ 100% ਦਿਖਾਈ ਦੇਗਾ। ਦਿੱਲੀ ਦੇ ਵਿੱਚ ਦਿਨ ਦਿਹਾੜੇ ਬੇਟੀ ਨੂੰ 18-19 ਵਾਰੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਐਕਿਊਜ਼ ਨੂੰ ਉੱਥੇ ਜਿੰਨੇ ਵੀ ਲੋਕ ਸੀਗੇ ਪਬਲਿਕਲੀ ਕੀਤਾ ਗਿਆ। ਕਿਸੇ ਨੇ ਕੰਟਰੋਲ ਕਰਨ ਦਾ ਯਤਨ ਨਹੀਂ ਕੀਤਾ, ਕੋਈ ਅੱਗੇ ਨਹੀਂ ਆਇਆ ਕਿ ਇਹ ਰਾਸ਼ਟਰਵਾਦ ਨੂੰ ਇਹ ਲਾਈਨ ਹੈ ਜਾਂ ਉਸ ਬੰਦੇ ਨੂੰ ਕੋਈ ਕੰਟਰੋਲ ਨਹੀਂ ਕਰ ਸਕਿਆ ਜਾਂ ਪੁਲਿਸ ਨਹੀਂ ਕਰ ਸਕੀ ਕੰਟਰੋਲ, ਤੇ ਬਾਅਦ ਵਿੱਚ ਸੱਪ ਲੰਘ ਗਿਆ ਤੇ ਲਕੀਰ ਪਿੱਟਣ ਡਏ ਨੇ। ਇਹਦੇ ਉੱਤੇ ਕੀ ਕਹੋਗੇ? ਸਰ ਤੁਸੀਂ ਇਹ ਦੇਖੋ, ਇਹ ਇੰਡੀਆ ਦਾ ਨਹੀਂ, ਮੈਨੂੰ ਲੱਗਦਾ ਆਲਮੋਸਟ ਵਰਲਡ ਓਵਰ ਇਹ ਗੱਲ ਉਹ ਹੈ ਕਿ ਅੱਜ ਕੱਲ੍ਹ ਕੋਈ ਕਿਸੇ ਦੀ ਮਦਦ ਕਰਨ ਜਾਂਦਾ ਤਾਂ ਖੁਦ ਹੀ ਫਸ ਜਾਂਦਾ। ਸੋ ਤਾਂ ਕਰਕੇ ਵੀ ਲੋਕ ਕਈ ਵਾਰ ਸਾਹਮਣੇ ਨਹੀਂ ਆਉਂਦੇ। ਬਟ ਸਾਡੇ ਕਾਨੂੰਨ ਪ੍ਰਣਾਲੀ ਜਿਹੜੀ ਹੈ, ਲੀਗਲ ਸਿਸਟਮ ਇੱਦਾਂ ਦਾ ਹੈ, ਜੇ ਅਸੀਂ ਕਿਸੇ ਗੱਲ ਦੇ ਵਿੱਚ ਵਿਟਨੈਸ ਬਣ ਜਾਈਏ, ਕੁਝ ਬਣ ਜਾਈਏ, ਤਾਂ ਸਾਡੇ ਤੇ ਹੀ ਪਹਿਲਾ ਸਵਾਲੀਆ ਨਿਸ਼ਾਨ ਉਠਾਇਆ ਜਾਏਗਾ ਕਿ ਤੁਸੀਂ ਕਿਉਂ ਆ ਕੇ ਕਿਸੇ ਦੀ ਮਦਦ ਕੀਤੀ, ਤੁਸੀਂ ਉੱਥੇ ਔਨ ਦਾ ਸਪੌਟ ਮੌਜੂਦ ਸੀ, ਕੀ ਦੇਖਿਆ, ਕਿਉਂ ਦੇਖਿਆ, ਹੈ ਨਾ। ਹਰਾਸਮੈਂਟ ਤੁਹਾਡੀ ਖੁਦ ਹੀ ਹੋ ਜਾਏਗੀ। ਸੋ ਤਾਂ ਕਰਕੇ ਵੀ ਲੋਕ ਇਸ ਚੀਜ਼ ਨੂੰ ਅਵੋਇਡ ਕਰਦੇ ਆ, ਕਿਉਂਕਿ ਤੁਹਾਡੇ ਤੇ ਹੀ ਪਹਿਲਾਂ ਤੁਹਾਨੂੰ ਹੀ ਹਾਫ ਕਲਪ੍ਰਿਟ ਸਮਝ ਲਿਆ ਜਾਂਦਾ। ਪਲੱਸ ਦੂਸਰੀ ਗੱਲ ਇਹ ਹੈ ਸਰ ਕਿ ਜਿਹੜਾ ਸਾਰਾ ਮੈਟਰ ਚੱਲ ਰਿਹਾ ਹੈ, ਜੋ ਵੀ ਸਾਰੇ ਇੰਡੀਆ ਦੇ ਵਿੱਚ ਇੰਨੇ ਸਾਰੇ ਚੱਲ ਰਿਹਾ ਹੈ, ਲੋਕਾਂ ਦਾ ਪਾਰਟਿਸਿਪੇਸ਼ਨ, ਲੀਡਰਸ ਦਾ ਪਾਰਟਿਸਿਪੇਸ਼ਨ, ਇਹ ਸਾਰਾ ਮੈਨੂੰ ਲੱਗਦਾ ਕਿ ਇੱਕ ਪਾਵਰ ਗੇਮ ਹੈ ਜੋ ਮੈਨੂੰ ਨਜ਼ਰ ਆ ਰਿਹਾ ਹੈ, ਰਾਦਰ ਦੈਨ ਥਿੰਕਿੰਗ ਅਬਾਊਟ ਕਿ ਕਿਸੇ ਨਾਲ ਐਟਰੋਸਿਟੀ ਹੋ ਰਹੀ ਹੈ, ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਰਕਾਰਾਂ ਵੀ ਕੁਛ ਨਹੀਂ ਕਰ ਰਹੀਆਂ ਜੀ, ਲੋਕ ਵੀ ਕੁਛ ਨਹੀਂ ਕਰ ਪਾ ਰਹੇ ਕਿਸੇ ਹੋਰ ਲਈ, ਤੇ ਐਕਚੁਅਲੀ ਚ ਲਾਅ ਸਿਸਟਮ ਹੀ ਇੱਦਾਂ ਦਾ ਬਣਿਆ ਹੋਇਆ ਕਿ ਮੋਸਟ ਆਫ ਦਾ ਟਾਈਮ ਹਰਾਸਮੈਂਟ ਜ਼ਿਆਦਾ ਹੁੰਦੀ ਹੈ, ਡਿਲੇ, ਜਸਟਿਸ ਡਿਲੇ ਹੋ ਜਾਂਦਾ, ਜਸਟਿਸ ਡਿਨਾਈ ਹੋ ਜਾਂਦਾ। ਅ ਪਿਲਰ ਆਫ ਜਸਟਿਸ ਜਿਹੜੇ ਪਿੱਛੇ ਸਾਨੂੰ ਦਿਖ ਰਿਹਾ ਜੀ, ਆਲਮੋਸਟ ਇਹਨਾਂ ਦਾ ਜਿਹੜਾ ਮੀਨਿੰਗ ਹੈ ਉਹ ਨਲ ਐਂਡ ਵਾਇਡ ਹੋ ਚੁੱਕਾ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ, ਇਹਦੇ ਕਰਕੇ ਹੀ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ, ਫੇਥ ਇਨ ਜੁਡੀਸ਼ਰੀ, ਫੇਥ ਇਨ ਸਿਸਟਮ ਜਿਹੜਾ ਹੈ, ਉੱਠਦਾ ਜਾ ਰਿਹਾ ਹੈ। 4 ਦਿਨ ਪਹਿਲੇ ਚੰਡੀਗੜ੍ਹ ਦੇ ਵਿੱਚ ਇੱਕ ਮਾਈਨਰ ਨੂੰ ਮਾਈਨਰਸ ਨੇ ਹੀ ਅਬਿਊਜ਼ ਕੀਤਾ, ਸੈਕਸੁਅਲੀ ਅਬਿਊਜ਼ ਕੀਤਾ ਔਰ ਉਹਨਾਂ ਨੂੰ ਜੁਵਨਾਈਲ ਹੋਮ ਦੇ ਦਿੱਤਾ ਗਿਆ ਔਰ ਉਹਨਾਂ ਨੂੰ ਜੋ ਲਗਜ਼ਰੀ ਉੱਥੇ ਦਿੱਤੀ ਜਾ ਰਹੀ ਹੈ ਉਹ ਟੈਕਸ ਪੇਅਰ ਦੀ ਮਨੀ ਤੇ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਇੰਨਾ ਵਧੀਆ 5 ਸਟਾਰ ਜਿਹੜਾ ਸਟੇ ਦਿੱਤਾ ਗਿਆ ਹੈ ਤੇ 3 ਸਾਲ ਬਾਅਦ ਉਹਨਾਂ ਨੇ ਬਾਹਰ ਆ ਜਾਣਾ ਹੈ। ਇਜ਼ ਇਟ ਐਨਕਰੇਜਮੈਂਟ ਔਰ ਡਿਸਕਰੇਜਮੈਂਟ? ਔਰ ਜਾਂ ਇਹ ਜਮਨਾਈਲ ਐਕਟ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਇਹ ਚੈਲੰਜ ਹੋਣੀਆਂ ਚਾਹੀਦੀਆਂ ਜਾਂ ਨਹੀਂ, ਇਹਦੇ ਬਾਰੇ ਕਿਸੇ ਸੰਸਥਾ ਨੇ ਆਵਾਜ਼ ਨਹੀਂ ਉਠਾਈ। ਤੁਸੀਂ ਕੀ ਕਹੋਗੇ? ਐਬਸੋਲੂਟਲੀ ਸਰ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਇਹ ਪ੍ਰੋਵੀਜ਼ਨਸ ਨੂੰ ਸੱਚੀ ਸਾਨੂੰ ਚੈਲੰਜ ਕਰਨਾ ਚਾਹੀਦਾ। ਸਟਾਰਟਿੰਗ ਫਰੋਮ ਨਿਰਭਇਆ ਕੇਸ, ਮੁਕੇਸ਼ ਜਿਹੜਾ ਅਕਿਊਜ਼ਡ ਸੀਗਾ ਉਹਦੇ ਵਿੱਚ ਹੀ ਵਾਸ ਮਾਈਨਰ ਐਟ ਦੈਟ ਟਾਈਮ। ਆਲਦੋ ਉਹਦਾ ਓਬਵੀਅਸਲੀ ਜਦੋਂ ਤੱਕ ਇਹ ਟਰਾਇਲ ਚੱਲਿਆ ਤਦ ਤੱਕ ਉਹ ਮੇਜਰ ਹੋ ਗਿਆ ਸੀ, ਪਲੱਸ ਬੜੀ ਸਾਰੀ ਉਹਦੇ ਤੇ ਵੀ ਪ੍ਰੋਵੀਜ਼ਨਸ ਲੱਗੀਆਂ। ਲੇਕਿਨ ਜਿਹੜਾ ਲਾਅ ਹੈ ਜੁਵਨਾਈਲ ਜਸਟਿਸ ਐਕਟ, ਜਿਹਦੇ ਵਿੱਚ ਇੱਕ ਏਜ ਲਿਮਿਟ ਸੈੱਟ ਕੀਤੀ ਗਈ 16 ਸਾਲ, ਹੈ ਨਾ, ਉਹ ਜਿਹੜੀ ਏਜ ਹੈ ਉਹਦੇ ਮੁਤਾਬਿਕ ਮੈਨੂੰ ਇਹ ਲੱਗਦਾ ਵਿਦ ਦੀ ਚੇਂਜਿੰਗ ਟਾਈਮ ਇੱਕ ਐਡੋਲੈਸੈਂਟ, ਇੱਕ ਟੀਨਏਜਰ ਤੇ ਇੱਕ ਮੇਜਰ ਦਾ ਜਿਹੜਾ ਉਹ ਟਾਈਮ ਲਾਈਨ ਹੈ, ਆਈ ਥਿੰਕ ਬਿਟਵੀਨ 10 to 12 to 16, ਉਹ ਜਿਹੜਾ ਟਾਈਮ ਲਾਈਨ ਹੈ ਸਰ, ਦੈਟ ਵੀ ਨੀਡ ਟੂ ਰੀਵਿਜ਼ਿਟ। ਰੀਜ਼ਨ ਬੀਇੰਗ ਕਿ ਐਕਸਪੋਜਰ ਟੂ ਟੈਲੀਫੋਨਸ, ਐਕਸਪੋਜਰ ਟੂ ਟੈਕਨੋਲੋਜੀ, ਐਕਸਪੋਜਰ ਟੂ ਨਿਊ ਐਕਟੀਵਿਟੀਜ਼ ਅਰਾਊਂਡ, ਮੈਨੂੰ ਲੱਗਦਾ ਕਿ ਇਸ ਏਜ ਦੇ ਬੱਚੇ ਕਾਫੀ ਮੈਚਿਓਰ ਆਲਮੋਸਟ ਹੋ ਜਾਂਦੇ, ਕਾਫੀ ਅੰਡਰਸਟੈਂਡਿੰਗ ਉਹਨਾਂ ਬੱਚਿਆਂ ਨੂੰ ਹੋ ਜਾਂਦੀ ਹੈ। ਮੈਂ ਖੁਦ ਇੱਕ ਦੇਖੋ ਐਜੂਕੇਟਰ ਰਹੀ ਹਾਂ, ਇੱਕ ਐਜੂਕੇਸ਼ਨਿਸਟ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਮੈਂ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਰੂਬਰੂ ਹੋਈ ਹਾਂ, ਅਤੇ ਮੈਂ ਦੇਖਦੀ ਹਾਂ ਬੱਚਿਆਂ ਦੇ ਵਿੱਚ ਅੱਜ ਕੱਲ੍ਹ ਸਾਡੇ ਤੋਂ ਜ਼ਿਆਦਾ ਜਿਹੜਾ ਹੈ ਨੌਲੇਜ ਹੈ, ਸਾਡੇ ਤੋਂ ਜ਼ਿਆਦਾ ਜਿਹੜਾ ਹੈ ਉਹਨਾਂ ਨੂੰ ਸਮਝ ਹੈ ਚੀਜ਼ਾਂ ਦੀ, ਬੀਟ ਅਬਿਊਜ਼ ਔਰ ਬੀਟ ਹਾਊ ਟੂ ਅਪਰੋਚ ਅ ਗਰਲ ਔਰ ਹਾਊ ਟੂ ਟਾਕ ਟੂ ਅ ਗਰਲ, ਵਾਟ ਟੂ ਡੂ ਵਿਦ ਅ ਗਰਲ। ਸੋ ਇਹ ਸਭ ਚੀਜ਼ਾਂ ਲਈ ਅਵੇਅਰਨੈਸ ਫੁੱਲੀ ਹੈ।
ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜਾ ਜੁਵਨਾਈਲ ਹੈ, ਸੋ ਕਾਲ ਟਰਮ ਜੁਵਨਾਈਲ ਵਰਡ ਯੂਜ਼ ਕੀਤੀ ਗਈ ਹੈ ਜਿਹੜਾ ਪਰਸਨ ਇਨ ਨੀਡ ਆਫ ਕੇਅਰ, ਮੈਨੂੰ ਨਹੀਂ ਲੱਗਦਾ ਕਿ ਉਹ ਸੱਚ ਹੈ। ਸੋ ਤਾਂ ਕਰਕੇ ਮੈਨੂੰ ਲੱਗਦਾ ਲਾਅ ਦੇ ਵਿੱਚ ਥੋੜ੍ਹੀ ਜਿਹੀ ਅਮੈਂਡਮੈਂਟ ਸਾਨੂੰ ਕਰਨੀ ਚਾਹੀਦੀ ਹੈ ਉਹਦੇ ਵਿੱਚ, ਕਿਉਂਕਿ ਬੱਚੇ ਅੱਜ ਕੱਲ੍ਹ ਦੇ ਬਹੁਤ ਸਮਝਦਾਰ ਨੇ ਜੀ। ਇੱਕ ਅਗਰ 1.5-2 ਸਾਲ ਦਾ ਬੱਚਾ ਅਗਰ ਬੋਲਣਾ ਸ਼ੁਰੂ ਕਰ ਸਕਦਾ ਹੈ ਅੱਜ ਦੇ ਟਾਈਮ ਦੇ ਵਿੱਚ, ਜਿਹੜਾ ਨੇਚਰ ਨੇ ਉਹਨਾਂ ਨੂੰ ਇੱਦਾਂ ਦਾ ਚੁਸਤ ਚਲਾਕ ਬਣਾਤਾ ਹੈ ਬਿਕੋਜ਼ ਆਫ ਚੇਂਜਿੰਗ ਟਾਈਮਸ, ਤਾਂ ਫਿਰ ਇਹ ਅਡੋਲਸੈਂਟ ਤੇ ਟੀਨੇਜਰ ਵਰਡ ਤੇ ਜਿਹੜਾ ਮੇਜਰ ਦਾ ਜਿਹੜਾ ਡਿਫਰੈਂਸ ਹੈ, ਮੈਨੂੰ ਲੱਗਦਾ ਇਹਨੂੰ ਕੱਟ ਸ਼ਾਰਟ ਕਰਨਾ ਪੈਣਾ ਹੈ। ਸਾਡੀ ਐਡਮਿਨਿਸਟ੍ਰੇਸ਼ਨ ਜੁਵਨਾਈਲ ਹੋਣ ਵਿੱਚ ਜੁਵਨਾਈਲਸ ਨੂੰ ਭੇਜ ਦਿੰਦੀ ਹੈ ਔਰ 5 ਸਟਾਰ ਫੈਸਿਲਿਟੀ ਦੇ ਦਿੰਦੀ ਹੈ ਟੈਕਸ ਪੇਅਰ ਦੀ ਮਨੀ ਤੇ, ਕਿਸੇ ਨੇ ਆਵਾਜ਼ ਨਹੀਂ ਉਠਾਈ। ਇਹ ਜਿਹੜਾ ਖਰਚਾ ਹੋ ਰਿਹਾ ਹੈ ਉਹਨਾਂ ਦੇ ਮਾਪਿਓ ਤੋਂ ਕਿਉਂ ਨਾ ਰਿਕਵਰ ਕੀਤਾ ਜਾਵੇ, ਇਹਦੇ ਬਾਰੇ ਕੀ ਕਹੋਗੇ? ਬਿਲਕੁਲ ਸਰ, ਦੇਖੋ ਹਮੇਸ਼ਾ ਅਸੀਂ ਕਹਿ ਦਿੰਦੇ ਹਾਂ ਵੈਸੇ ਕਿ ਇਟ ਇਜ਼ ਬਿਕੋਜ਼ ਆਫ ਅਪਬ੍ਰਿੰਗਿੰਗ, ਪਰ ਇਹ ਗੱਲ ਸੱਚੀ 'ਚ ਜਿਹੜਾ ਹੈ ਮੇਰੇ ਮੁਤਾਬਿਕ ਸੱਚ ਹੈ। ਉਹਦਾ ਕਾਰਨ ਇਹ ਹੈ ਕਿ ਪੇਰੈਂਟਸ ਜਿੱਦਾਂ ਆਪਣੇ ਬੱਚੇ ਨੂੰ ਸਿਖਾਉਣਗੇ ਕਿ ਵੀ ਯੂ ਹੈਵ ਟੂ ਡੀਲ ਵਿਦ ਫੀਮੇਲ ਮੈਂਬਰਸ ਲਾਈਕ ਦਿਸ, ਜਾਂ ਤੁਹਾਡੀ ਅਪਬ੍ਰਿੰਗਿੰਗ ਜਿੱਦਾਂ ਦੀ ਹੈ, ਸਪੋਜ਼ਡਲੀ ਤੁਹਾਡੇ ਬ੍ਰਦਰਸ ਜਿੱਦਾਂ ਤੁਹਾਨੂੰ ਦੇਖਦੇ ਆ ਹੈ ਨਾ, ਬ੍ਰਦਰਸ ਨੂੰ ਜੋ ਸਿਖਾਇਆ ਜਾਂਦਾ ਹੈ, ਇਹੀ ਸਾਰੀ ਚੀਜ਼ਾਂ ਸਰ ਮੈਟਰ ਕਰਦੀਆਂ ਅਪਬ੍ਰਿੰਗਿੰਗ ਦੇ ਵਿੱਚ, ਬ੍ਰਦਰ ਸਿਸਟਰ ਦੋਨਾਂ ਦੀ। ਸੋ ਮੈਨੂੰ ਲੱਗਦਾ ਕਿ ਪੇਰੈਂਟਸ ਨੂੰ ਡੈਫੀਨੇਟਲੀ ਤੇ ਧਿਆਨ ਦੇਣਾ ਚਾਹੀਦਾ, ਔਰ ਜੇ ਬੱਚਾ ਕੋਈ ਗਲਤੀ ਕਰਦਾ ਇੱਦਾਂ ਦੀ, ਕੋਈ ਅਬਿਊਜ਼ ਕਿਸੇ ਦਾ ਕਰ ਦਿੰਦਾ, ਤਾਂ ਮੈਨੂੰ ਲੱਗਦਾ ਸੱਚੀ 'ਚ ਪੇਰੈਂਟਸ ਨੂੰ ਇੱਥੇ ਲਾਇਬਲ ਬਣਾਉਣਾ ਚਾਹੀਦਾ ਵੀ ਜੇ ਅਸੀਂ ਪੇਰੈਂਟ ਦੀ ਡਿਊਟੀ ਕ੍ਰੀਏਟ ਕਰ ਸਕਦੇ ਹਾਂ ਅੰਡਰ ਆਰਟੀਕਲ 51 ਕਲੌਜ਼ ਕੇ ਕਿ ਵੀ ਆਪਣੇ ਬੱਚੇ ਨੂੰ ਪੜ੍ਹਾਉਣਾ ਹੈ, ਤਾਂ ਫਿਰ ਉਹਦੇ ਬੱਚੇ ਦੀ ਗਲਤੀ ਉਸ ਪੜ੍ਹਾਉਣ ਦੇ ਨਾਲ ਨਾਲ ਉਹਨਾਂ ਦੀ ਉਹ ਰਿਸਪੌਂਸਿਬਿਲਿਟੀ ਵੀ ਬਣਦੀ ਕਿ ਉਹਨਾਂ ਨੂੰ ਮੋਰਲ ਐਜੂਕੇਸ਼ਨ ਵੀ ਦੇਣ, ਥੋੜ੍ਹਾ ਜਿਹਾ ਉਸ ਪਾਸੇ ਵੀ ਧਿਆਨ ਦੇਣ, ਤਾਂ ਕਿ ਬੱਚਾ ਅਗਰ ਇੱਦਾਂ ਦੀ ਫਿਜ਼ੀਕਲ ਅਬਿਊਜ਼ at a ਵੈਰੀ ਅਰਲੀ ਏਜ ਕਰ ਦਿੰਦਾ ਤਾਂ ਪੇਰੈਂਟਸ ਹੈਵ ਟੂ ਬੀ ਲਾਇਬਲ। ਉਹਦੇ ਇੱਕ ਐਗਜ਼ਾਮਪਲ ਦੇ ਕੇ ਮੈਂ ਸਰ ਜ਼ਰੂਰ ਸਮਝਾਉਣਾ ਚਾਹੂੰਗੀ, ਜਿਵੇਂ ਕਿ ਬਹੁਤ ਸਾਰੇ ਇਵੈਂਟਸ ਹੁੰਦੇ ਹੈ, ਬਹੁਤ ਜਿਵੇਂ ਡਾਂਸ ਇੰਡੀਆ ਡਾਂਸ, ਸੁਪਰ ਡਾਂਸਰਸ ਹੈ ਨਾ, KBC, ਜਿਹਦੇ ਵਿੱਚ ਬੱਚੇ ਜਿੱਤ ਜਾਂਦੇ, ਉਹਦੇ 'ਚ ਇੱਕ ਟਰਮ ਐਂਡ ਕੰਡੀਸ਼ਨ ਰੱਖੀ ਜਾਂਦੀ ਕਿ ਯੂ ਵਿਲ ਗੈਟ ਦੀ ਅਮਾਊਂਟ ਓਨਲੀ ਐਟ ਦੀ ਏਜ ਆਫ 18। ਉਸੀ ਤਰ੍ਹਾਂ ਤੇ ਉਹ ਪੇਰੈਂਟਸ ਕੋਲ ਹੀ ਜਾਂਦੀ ਹੈ ਉਹ ਵਾਲਾ ਅਮਾਊਂਟ ਐਟ ਦੀ ਏਜ ਆਫ 18 ਜਿਹੜਾ ਬੱਚੇ ਨੇ ਕਮਾਇਆ। ਉਸੀ ਤਰ੍ਹਾਂ ਜੇ ਬੱਚਾ ਕੋਈ ਗਲਤੀ ਕਰਦਾ ਤਾਂ ਮੈਨੂੰ ਲੱਗਦਾ ਉੱਥੇ ਵੀ ਪੇਰੈਂਟਸ ਨੂੰ ਹੀ ਐਟ ਦੀ ਏਜ ਆਫ 18 ਤੱਕ ਰਿਸਪੌਂਸਿਬਿਲਿਟੀ ਚੱਕਣੀ ਚਾਹੀਦੀ ਹੈ। ਜੇ ਕੋਈ ਵੀ ਬੱਚਾ ਹਰਕਤ ਕਰਦਾ ਤਾਂ ਪੇਰੈਂਟਸ ਨੂੰ ਉਹਦੇ ਲਈ ਲਾਇਬਲ ਕਰਨਾ ਚਾਹੀਦਾ। ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਮਾਈਨਰ ਡਰਾਈਵਿੰਗ, ਇਹਦੇ ਬਾਰੇ ਕੁਝ ਕਹੋਗੇ? ਬਿਲਕੁਲ ਸਰ, ਕਿਉਂਕਿ ਸਰ ਦੇਖੋ ਨੈਗਲੀਜੈਂਸ ਇਨ ਡਰਾਈਵਿੰਗ ਕਦੀ ਹੁੰਦੀ ਜਦੋਂ ਤੁਸੀਂ ਆਪਣੇ ਬੱਚੇ ਨੂੰ ਏਜ ਤੋਂ ਪਹਿਲਾਂ ਹੀ ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ ਲੈ ਕੇ ਸੜਕਾਂ 'ਤੇ ਤੋੜ ਦਿੰਦੇ ਹੋ, ਅਤੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਯੰਗ ਏਜ ਹੈ, ਦੇ ਵਾਂਟ ਟੂ get a new ride and get a drive and hang out with his or her friends, although ਅੱਜ ਦੇ ਕਲਚਰ 'ਚ ਬੜਾ ਨਾਰਮਲ ਹੈ, ਪਰ ਕਈ ਵਾਰ ਕੁਝ ਮਿਸਹੈਪਨਿੰਗਸ ਹੋ ਜਾਂਦੀਆਂ ਜਿਹਦੇ ਕਰਕੇ ਕਿਸੇ ਗਰੀਬ ਬੰਦੇ ਨਾਲ ਜਾਂ ਕਿਸੇ ਐਸੇ ਬੰਦੇ ਨਾਲ ਜਿਹੜਾ ਓਨਲੀ ਅਰਨਿੰਗ ਮੈਂਬਰ ਆਫ ਦੀ ਫੈਮਿਲੀ ਹੈ, ਉਹਦਾ ਡੈਥ ਕਲੇਮ ਆ ਜਾਏ, ਕੋਈ ਐਕਸੀਡੈਂਟ ਹੋ ਜਾਏ, ਉਹਦੇ ਨਾਲ ਜਿਹੜਾ ਹੈ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ। ਤੋ ਇੱਥੇ ਉਸੇ ਤਰ੍ਹਾਂ ਜਿਹੜਾ ਹੈ ਜਿੱਦਾਂ ਆਪਾਂ ਵਾਈਕੇਰੀਅਸ ਲਾਇਬਿਲਿਟੀ ਕਹਿੰਦੇ ਆ ਇੰਪਲੋਇਰ ਇੰਪਲੋਈ ਦੀ, ਉਸੇ ਪ੍ਰਿੰਸੀਪਲ ਏਜੰਟ ਦੀ, ਉਸੇ ਤਰ੍ਹਾਂ ਇੱਥੇ ਪੈਰੈਂਟ ਦੀ ਵਾਈਕੇਰੀਅਸ ਲਾਇਬਿਲਿਟੀ ਅਰਾਈਜ਼ ਹੋਣੀ ਚਾਹੀਦੀ ਹੈ। ਜੇ ਇਹ ਚੀਜ਼ ਹੈ ਤਾਂ ਇਹ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਹੈਮਰ ਵੱਜਣਾ ਚਾਹੀਦਾ, ਜੁਵਨਾਈਲ ਜਸਟਿਸ ਹੋਮਸ ਦੇ ਵਿੱਚ ਉਹਨਾਂ ਤੋਂ ਰਿਕਵਰੀ ਹੋਣੀ ਚਾਹੀਦੀ ਹੈ। ਐਬਸੋਲੂਟਲੀ ਸਰ, ਜਦੋਂ ਅਸੀਂ ਫਾਈਨ ਹੀ ਲਗਾਤਾ, ਫਾਈਨ ਇਜ਼ ਇਨ ਦੀ ਫਾਰਮ ਆਫ ਗਿਵਿੰਗ ਕੰਪਨਸੇਸ਼ਨ ਟੂ ਦੀ ਅਦਰ ਪਾਰਟੀ, ਜਦੋਂ ਅਸੀਂ ਇਹੀ ਲਗਾਤਾ ਤਾਂ ਡੈਫੀਨੇਟਲੀ ਉਹ ਹੈਮਰ ਜਿਹੜਾ ਹੈ ਪੇਰੈਂਟਸ ਦੀ ਇਨਕਮ ਤੇ ਹੀ ਜਾਣਾ ਚਾਹੀਦਾ ਹੈ। ਜਿਹੜਾ ਉਹਨਾਂ ਦਾ ਸਟੇ ਹੈ ਜੁਵਨਾਈਲ ਹੋਮਸ ਦੇ ਵਿੱਚ, ਉਸ ਸਟੇ ਦੀ ਵੀ ਭਰਪਾਈ ਜਿਹੜੀ ਹੈ ਮਾਪਿਓ ਤੋਂ ਹੀ ਹੋਣੀ ਚਾਹੀਦੀ ਹੈ, ਜਾਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਅਟੈਚ ਕਰ ਲੈਣੀ ਚਾਹੀਦੀ ਹੈ। ਔਰ ਜਿਹਦੀ ਕਰੈਕਟਰ ਅਸੈਸੀਨੇਸ਼ਨ ਹੋ ਗਈ ਹੈ ਉਹਦੇ ਲਈ ਜਿੰਨੀ ਪ੍ਰਾਪਰਟੀ ਹੈ ਮਾਪਿਓ ਦੀ ਅੱਧੀ ਉਸ ਵਿਕਟਮ ਨੂੰ ਜਾਣੀ ਚਾਹੀਦੀ ਹੈ ਜਾਂ ਨਹੀਂ, ਇਹਦੇ ਬਾਰੇ ਕੀ ਕਹੋਗੇ? ਬਿਲਕੁਲ ਸਰ, ਦੇਖੋ ਸਰ ਕਈ ਵਾਰ ਨਾ ਨੁਕਸਾਨ ਕੋਈ ਮਾਲੀ ਨੁਕਸਾਨ ਨਹੀਂ ਹੁੰਦਾ, ਕਈ ਵਾਰ ਨੁਕਸਾਨ ਤੁਹਾਡਾ ਇੱਕ ਕਰੈਕਟਰ ਅਸੈਸੀਨੇਸ਼ਨ ਜਾਂ ਬਾਰ-ਬਾਰ ਤੁਹਾਡੇ 'ਤੇ ਸਵਾਲ ਉੱਠਣੇ, ਇਹ ਜਿਹੜਾ ਨੁਕਸਾਨ ਹੈ ਨਾ ਇਹਦੀ ਭਰਪਾਈ ਕਰਨੀ ਬਹੁਤ ਔਖੀ ਹੈ। ਤਾਂ ਮੈਨੂੰ ਲੱਗਦਾ ਜੇ ਆਪਾਂ ਇਹੋ ਜਿਹੇ ਪਰ ਅੱਜ ਕੱਲ੍ਹ ਦੇਖੋ ਦੁਨੀਆ ਥੋੜ੍ਹੀ ਲਾਲਚੀ ਹੋ ਗਈ ਹੈ, ਅਤੇ ਜਿਸ ਤਰ੍ਹਾਂ ਆਪਾਂ ਕੰਪਨਸੇਸ਼ਨ ਪੇਰੈਂਟਸ ਤੋਂ ਲੈ ਰਹੇ ਹਾਂ, ਅਤੇ ਜੇ ਉਹ ਪੇ ਕਰਨ ਨੂੰ ਰੈਡੀ ਹੈ ਪ੍ਰੋਪਰਟੀ 'ਚ, ਉਹੀ ਪ੍ਰੋਪਰਟੀ ਉਸ ਬੱਚੇ ਨੂੰ ਹੀ ਜਾਣੀ ਹੈ, ਅਤੇ ਉਸ ਬੱਚੇ ਦੀ ਅਗਰ ਗਲਤੀ ਹੈ ਤਾਂ ਡੈਫੀਨੇਟਲੀ ਪ੍ਰੋਪਰਟੀ ਦੇ ਵਿੱਚੋਂ ਉਹਨੂੰ ਰਿਕਵਰ ਕੀਤਾ ਜਾ ਸਕਦਾ। ਇਟ ਕੈਨ ਕ੍ਰੀਏਟ ਅ ਲੀਅਨ ਔਰ ਚਾਰਜ ਓਵਰ ਦੈਟ ਪ੍ਰੋਪਰਟੀ ਵਿਚ ਆਟੋਮੈਟਿਕਲੀ ਬਿਲੋਂਗਸ ਟੂ ਦੈਟ ਲੀਗਲ ਏਅਰ, ਹੈ ਨਾ, ਜਿਹੜੇ ਬੱਚੇ ਨੇ ਉਹ ਕੀਤਾ। ਸੋ ਇਹ ਤਾਂ ਡੈਫੀਨੇਟਲੀ ਹੈ, ਲੇਕਿਨ ਉਹੀ ਕਰੈਕਟਰ ਅਸੈਸੀਨੇਸ਼ਨ ਜਾਂ ਸੋਸ਼ਲ ਸਟਿਗਮਾ ਜੋ ਤੁਹਾਡੇ 'ਤੇ ਲੱਗ ਜਾਂਦਾ ਬਿਕੋਜ਼ ਆਫ ਸੱਚ ਇੰਸੀਡੈਂਟ, ਉਹਦੀ ਭਰਪਾਈ ਕਰਨਾ ਇਜ਼ ਆਈ ਥਿੰਕ ਵੈਰੀ ਡਿਫਿਕਲਟ, ਵੈਰੀ ਡਿਫਿਕਲਟ। ਇੱਕ ਚੀਜ਼ ਤੁਹਾਡੇ ਤੋਂ ਹੋਰ, ਲਾਸਟ ਬਟ ਨਾਟ ਲੀਸਟ, ਜੇ ਇਹ ਜੁਵਨਾਈਲ ਐਕਟ ਦੀਆਂ ਪ੍ਰੋਵੀਜ਼ਨਸ ਬਣੀਆਂ ਤੇ ਉਹਦਾ ਜਿਹੜਾ ਏਜ ਫੈਕਟਰ ਜਿਹੜਾ ਡਿਟਰਮਿਨ ਕਰਨਾ ਚਾਹੀਦਾ ਹੈ, ਜਾਂ ਮੈਂਟਲ ਡਿਵੈਲਪਮੈਂਟ ਨੂੰ ਡਿਟਰਮਿਨ ਕਰਕੇ ਉਹਦੀ ਜਿਹੜੀ ਹੈ ਜੁਵਨਾਈਲ ਦੀ ਫੈਸਿਲਿਟੀ
ਦੇਣੀ ਜਾਂ ਨਾ ਦੇਣੀ, ਇਹਦੇ ਬਾਰੇ ਨਿਰਣਾ ਕਰਨਾ ਚਾਹੀਦਾ? ਸਰ ਬਿਲਕੁਲ, ਦੇਖੋ ਜਦੋਂ ਅਸੀਂ ਜੁਵਨਾਈਲ ਜਸਟਿਸ ਐਕਟ ਦੀ ਗੱਲ ਕਰ ਲਈ ਤਾਂ ਸਰ ਮੈਨੂੰ ਇੱਦਾਂ ਲੱਗਦਾ ਕਿ ਸਾਨੂੰ ਮੈਚੋਰਿਟੀ ਨਾਲ ਹੈਂਡਲ ਕਰਨਾ ਪਏਗਾ। ਚਾਹੇ ਉਹਨਾਂ ਨੂੰ ਸਜ਼ਾ ਦੇਣੀ ਹੈ, ਚਾਹੇ ਉਹਨਾਂ ਦੇ ਪੇਰੈਂਟਸ ਤੋਂ ਕੰਪਨਸੇਸ਼ਨ ਲੈਣੀ, ਚਾਹੇ ਉਹ ਰੈਫਰਮੇਟਰੀ ਅਪਰੋਚ ਹੈ। ਜੁਵਨਾਈਲ ਜਸਟਿਸ ਐਕਟ ਮੈਨੂੰ ਇੱਦਾਂ ਲੱਗਦਾ ਕਿ ਥਿਊਰੀ ਆਫ ਰੈਫਰਮੇਸ਼ਨ ਦਾ ਪਾਰਟ ਹੈ, ਕਿਉਂਕਿ ਸਾਡਾ ਕੰਮ ਇੱਥੇ ਕੋਈ ਡੈਟਰੈਂਸ ਕ੍ਰੀਏਟ ਕਰਨਾ ਜਾਂ ਰੈਟਰੀਬਿਊਸ਼ਨ ਕਰਨਾ, ਐਨ ਈਅਰ ਫॉर ਐਨ ਈਅਰ ਔਰ ਐਨ ਆਈ ਫॉर ਐਨ ਆਈ, ਉਹ ਵਾਲਾ ਕਰਨਾ ਨਹੀਂ ਹੈ। ठीक है, ये theory of reformation is to reform all these offenders which are juvenile offenders who need care, juvenile in law, right? ਉਹ ਬੱਚੇ ਜਿਹੜੇ ਕਿ law ਦੇ ਵਿੱਚ juvenile ਗਿਣੇ ਜਾਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀ ਚੀਜ਼ਾਂ ਮੈਨੂੰ ਲੱਗਦਾ ਹੈ ਰੈਫਰਮੇਸ਼ਨ ਦਾ ਹਿੱਸਾ ਹੈ, ਇਹ ਸੋਸਾਇਟੀ ਦੀ ਟਰਾਂਸਫੋਰਮੇਸ਼ਨ ਦਾ ਹਿੱਸਾ, ਔਰ ਇਹੀ ਬੱਚੇ ਅੱਗੇ ਜਾ ਕੇ ਕ੍ਰਿਮੀਨਲ ਨਾ ਬਣਨ, ਤਾਂ ਉਹਨਾਂ ਨੂੰ ਇਸ ਟਾਈਮ ਤੇ ਹੈਂਡਲ ਕਰਨਾ ਬਹੁਤ ਅੱਛੀ ਤਰ੍ਹਾਂ ਮੈਚੋਰਲੀ ਹੈਂਡਲ ਕਰਨਾ ਬਹੁਤ ਜ਼ਰੂਰੀ ਹੈ। ਜੁਵਨਾਈਲ ਹੋਮਸ ਜਿਹੜੇ ਨੇ ਉਹਦੇ ਵਿੱਚ ਬੱਚਾ 3 ਸਾਲ ਲਗਾ ਆ, ਉਹ ਕਹਿੰਦਾ ਮੈਨੂੰ ਤਾਂ ਬੜੀ ਅੱਛੀ ਫੈਸਿਲਿਟੀ 5 ਸਟਾਰ ਮਿਲ ਗਈ ਹੈ ਜਿਹੜੀ ਨਹੀਂ ਸੀ ਮਿਲਣੀ। ਹੀ ਕਮਿਟਸ ਅਨਦਰ ਕ੍ਰਾਈਮ। ਇਹਦੇ ਉੱਤੇ ਜੁਵਨਾਈਲ ਐਕਟ ਜਿਹੜਾ ਹੈ ਉਹ ਸਾਇਲੈਂਟ ਹੈ, ਇਹਦੇ ਬਾਰੇ ਕੀ ਕਹੋਗੇ? ਸਰ ਮੈਂ ਖੁਦ ਇਹਦੇ ਤੇ ਉਹ ਕਰੂੰਗੀ। ਦੇਖੋ ਗੱਲ ਤੁਸੀਂ ਬਹੁਤ ਵਧੀਆ ਕਹੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬਈ ਜੁਵਨਾਈਲ ਦੇ ਵਿੱਚ ਕੀ ਚੱਲ ਰਿਹਾ, ਜੁਵਨਾਈਲ ਜਸਟਿਸ ਐਕਟ ਹੋ ਗਿਆ ਜਾਂ ਇੰਨੇ ਸਾਰੀ ਪਨਿਸ਼ਮੈਂਟਸ ਇਹਦੇ ਵਿੱਚ ਆ ਰਹੀਆਂ, ਇੰਨਾ ਕੁਛ ਹੈ ਨਾ, ਪੈਨਲਟੀਜ਼ ਇਹਦੇ ਵਿੱਚ ਦਿੱਤੀਆਂ ਗਈਆਂ ਹੈ, ਰੈਫਰਮੇਸ਼ਨ ਅਸੀਂ ਕਰਨਾ ਚਾਹੁੰਦੇ ਹਾਂ। ਹੁਣ ਪੁਆਇੰਟ ਇਹ ਹੈ ਕਿ ਕੀ ਇੱਦਾਂ ਦੇ ਜਿਹੜੇ ਵੀ ਐਕਟਸ ਹੁਣ ਤੱਕ ਆਏ ਹੈ ਉਹਨਾਂ ਦਾ ਕਿਆ ਸੁਸਾਇਟੀ ਦੇ ਉੱਤੇ ਐਕਚੁਅਲੀ ਅਸਰ ਪਿਆ? ਸਵਾਲ ਇਹ ਵੀ ਉੱਠਦਾ ਕਿ ਸੁਸਾਇਟੀ 'ਤੇ ਦਾ ਅਸਰ ਹੈ ਕਿ ਸੁਸਾਇਟੀ ਨੂੰ ਉਸ ਓਪੋਜ਼ਿਟ ਸਾਈਡ 'ਤੇ ਲੈ ਜਾਂਦੀ ਹੈ ਕਿ ਵੀ ਮੇਰਾ ਤਾਂ ਰੋਟੀ ਪਾਣੀ ਚੱਲੀ ਜਾਂਦਾ, ਮੇਰਾ ਤਾਂ ਵਧੀਆ ਜੇਲ੍ਹ ਦੇ ਵਿੱਚ ਇੰਨਾ ਅੱਛਾ ਟਰੀਟਮੈਂਟ ਹੋਇਆ ਕਿ ਮੈਨੂੰ ਤਾਂ ਦੁਬਾਰਾ ਆਈ ਥਿੰਕ ਕ੍ਰਾਈਮ ਵੀ ਕਰੂੰਗਾ ਤਾਂ ਚੰਗਾ, ਮੇਰੇ 3 ਸਾਲ ਦੀ ਰੋਟੀ ਹੋਰ ਬੰਨੀ ਜਾਏਗੀ, ਰਾਈਟ? ਸੋ ਇਸ ਤਰ੍ਹਾਂ ਦੀ ਜਿਹੜੀ ਥਿੰਕਿੰਗ ਲੋਕਾਂ ਦੇ ਵਿੱਚ ਡਿਵੈਲਪ ਹੋ ਗਿਆ। ਅਗੇਨ ਇਹ ਮਾਈਂਡ ਸੈੱਟ ਦਾ ਰੌਲਾ ਹੈ, ਥਾਟ ਪ੍ਰੋਸੈਸ ਦਾ ਰੌਲਾ ਹੈ। ਜਦੋਂ ਤੱਕ ਇਹ ਮਾਈਂਡ ਸੈੱਟ ਤੇ ਥਾਟ ਪ੍ਰੋਸੈਸ ਚੇਂਜ ਨਹੀਂ ਹੋਏਗਾ, ਮੈਨੂੰ ਲੱਗਦਾ ਸੁਸਾਇਟੀ ਅੱਗੇ ਨਹੀਂ ਵੱਧ ਸਕਦੀ। ਇਸ ਚੀਜ਼ ਨੂੰ ਤੁਸੀਂ ਅਫੈਂਸ ਅਗੇਂਸਟ ਹਿਊਮੈਨਿਟੀ 'ਚ ਰੱਖੋਗੇ ਜਾਂ ਹਿਊਮਨ ਵੈਲਿਊਜ਼ ਦਾ ਫਾਲ ਗਿਣੋਗੇ ਜਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਗਿਣੋਗੇ? ਇਹਨਾਂ ਤਿੰਨਾਂ ਦਾ ਡਿਸਟਿੰਕਸ਼ਨ ਕਰ ਦਿਓ ਪਲੀਜ਼। ਸਰ ਤੁਸੀਂ ਇਹ ਦੇਖੋ ਕਿ ਡੈਫੀਨੇਟਲੀ ਆਈ ਐਮ ਅ ਹਿਊਮਨ ਰਾਈਟਸ ਲਾਇਰ ਆਲਰੇਡੀ। ਮੈਨੂੰ ਇਹ ਲੱਗਦਾ ਕਿ ਜਦੋਂ ਵੀ ਕਿਸੇ ਦਾ ਇੱਦਾਂ ਦਾ ਹਿਊਮਨ ਰਾਈਟ ਕੋਈ ਵਾਇਲੇਟ ਹੋ ਜਾਂਦਾ, ਕੁੜੀ ਦਾ, ਬੱਚੇ ਦਾ, ਵੂਮੈਨ ਦਾ ਜਾਂ ਮੇਲ ਹਿਮਸੈਲਫ, ਅਗਰ ਕਿਸੇ ਦਾ ਵੀ ਇੱਦਾਂ ਦਾ ਕੋਈ ਹਿਊਮਨ ਰਾਈਟ ਵਾਇਲੇਟ ਹੋ ਰਿਹਾ, ਡੈਫੀਨੇਟਲੀ ਉਹਦੇ ਵਿੱਚ ਸਾਨੂੰ ਇਹਨੂੰ ਅਫੈਂਸ ਜਾਂ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੀ ਗਿਣਨਾ ਚਾਹੀਦਾ। ਲੇਕਿਨ ਸਵਾਲ ਇਹ ਹੈ ਕਿ ਆਲਰੇਡੀ ਹਿਊਮਨ ਰਾਈਟਸ ਦੇ ਉੱਤੇ ਜਿੰਨੀਆਂ ਵੀ ਗੱਲਾਂ ਕਰ ਲਓ, ਗੱਲ ਤਾਂ ਸਿੱਟਾ ਤਾਂ ਇਹੀ ਹੈ ਕਿ ਜਸਟਿਸ ਕਿਤੇ ਵੀ ਨਹੀਂ ਮਿਲ ਰਿਹਾ। ਸੋ ਇਹਨੂੰ ਇਸ ਕੈਟਾਗਰੀ 'ਚ ਪਾਉਣ ਦੀ ਜਗ੍ਹਾ 'ਤੇ ਅਗਰ ਅਸੀਂ ਜਸਟਿਸ 'ਤੇ ਫੋਕਸ ਕਰੀਏ ਤਾਂ ਮੈਨੂੰ ਲੱਗਦਾ ਉਹ ਜ਼ਿਆਦਾ ਬੈਟਰ, ਕਿਉਂਕਿ ਆਲਰੇਡੀ ਦੇਰ ਆਰ ਸੋ ਵਿਮਨ ਇਨ ਚਾਈਲਡ ਰਿਲੇਟਡ ਜਾਂ ਬੈਨੀਫੀਸ਼ੀਅਰੀ ਰਿਲੇਟਡ ਬੈਨੀਫੀਸ਼ੀਅਲ ਲੈਜਿਸਲੇਸ਼ਨਸ ਜਿਹੜੀਆਂ ਹੈ ਬਹੁਤ ਸਾਰੀਆਂ ਆਲਰੇਡੀ ਅਵੇਲੇਬਲ ਹੈ। ਤਾਂ ਹਿਊਮਨ ਰਾਈਟਸ ਨੂੰ ਇਹਦੇ 'ਚ ਭਾਵੇਂ ਉਹਦਾ ਐਂਗਲ ਲੈ ਕੇ ਆਇਆ ਜਾ ਸਕਦਾ, ਪਰ ਅਲਟੀਮੇਟ ਗੋਲ ਇਜ਼ ਵਾਟ? ਜਸਟਿਸ। ਸੋ ਜਸਟਿਸ ਡਿਲੀਵਰ ਹੋ ਜੇ ਤਾਂ ਓਬਵੀਅਸਲੀ ਚਾਹੇ ਓਫੈਂਸ ਅਗੇਂਸਟ ਹਿਊਮੈਨਿਟੀ ਹੋਵੇ ਜਾਂ ਨਾ ਹੋਵੇ, ਡਜ਼ ਨਾਟ ਮੈਟਰ। ਇਸ ਦਾ ਮਤਲਬ ਇਹ ਹੈ ਕਿ ਜਿੰਨਾ ਸਾਡਾ ਪ੍ਰਬੰਧਨ ਹੈ ਇਹਦੀ ਓਵਰਆਲਿੰਗ ਦੀ ਜ਼ਰੂਰਤ ਹੈ। ਬਿਲਕੁਲ ਹੈ ਸਰ। ਜਿਹੜਾ ਇਹ ਸਿਸਟਮ ਬਣਾਇਆ ਗਿਆ ਹੈ, ਜਿਹੜਾ ਇੱਕ ਪੈਰੀਫਰੀ ਦਿੱਤੀ ਗਈ ਹੈ ਸਿਸਟਮ, ਕਿਉਂਕਿ ਉਹ ਲਾਈਨ ਡਰਾ ਕਰਨੀ ਜ਼ਰੂਰੀ ਵੀ ਹੈ। ਤੁਸੀਂ ਕੋਈ ਵੀ ਲਾਅ ਬਣਾਉਂਦੇ ਹੋ, ਤੁਸੀਂ ਕੋਈ ਵੀ ਸਿਸਟਮ ਚਲਾਉਣੇ, ਸਪੋਜ਼ਲੀ ਸੈਕਟਰੀਏਟ ਦੇ ਵਿੱਚ ਕੰਮ ਕਿੱਦਾਂ ਹੋਊਗਾ ਤਾਂ ਉਹਦਾ ਇੱਕ ਜਿਹੜਾ ਹੈ ਸਾਨੂੰ ਸਟਰਕਚਰ ਜਾਂ ਫਾਊਂਡੇਸ਼ਨ ਦਿੱਤੀ ਜਾਏਗੀ ਵੀ ਇਸ ਤਰ੍ਹਾਂ ਦਾ ਕੰਮ ਹੋਏਗਾ। ਜੇ ਕੋਈ ਵੀ ਕਿਤੇ ਵੀ ਸਾਡੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਚੱਲਣਾ ਤਾਂ ਉਹਦਾ ਇੱਕ ਰੋਡ ਮੈਪ, ਜਿਹਨੂੰ ਆਪਾਂ ਕਹਿੰਦੇ, ਤਾਂ ਕਰੈਕਟ ਵਰਡ ਇਜ਼ ਰੋਡ ਮੈਪ, ਤਿਆਰ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਜਿਹੜੀ ਸਾਡਾ ਲਾਅ ਦਾ ਸਿਸਟਮ ਹੈ, ਇਹਦਾ ਰੋਡ ਮੈਪ ਮੈਨੂੰ ਲੱਗਦਾ ਸਾਨੂੰ ਦੁਬਾਰਾ ਰੀਵਿਜ਼ਿਟ ਕਰਨ ਦੀ ਲੋੜ ਹੈ, ਸਾਨੂੰ ਦੁਬਾਰਾ ਇਹਦੇ ਤੇ ਚਰਚਾ ਕਰਨ ਦੀ ਲੋੜ ਹੈ, ਸਾਰਿਆਂ ਦੇ ਓਪੀਨੀਅਨ ਲੈਣ ਦੀ ਲੋੜ ਹੈ, ਬੀਟ ਆਲ ਦੀ ਲੈਜਿਸਲੇਟਰਸ, ਬੀਟ ਜੱਜਿਸ ਔਰ ਲਾਇਰਸ, ਚਾਹੇ ਕੋਈ ਵੀ ਇੰਟਰਨੈਸ਼ਨਲ ਲਾਇਰਸ, ਜਿਹੜੇ ਸਰ ਇਹ ਕੰਟਰੀਬਿਊਟ ਕਰ ਸਕਣ ਕਿ ਕਿੱਦਾਂ ਅਸੀਂ ਇਸ ਪੈਰੀਫਰੀ ਨੂੰ ਹੋਰ ਵਧਾ ਸਕਦੇ ਹਾਂ ਤਾਂ ਕਿੱਦਾਂ ਅਸੀਂ ਸਮੇਟ ਸਕਦੇ ਹਾਂ, ਤਾਂ ਕਿ ਜਿਹੜਾ ਹੈ ਇੰਨੇ ਹੈਜ਼ਰਡ ਹੋ ਗਿਆ, ਜਿਹੜਾ ਇਹ ਕਹਿੰਦੇ ਲਾਅ ਵੈਬ ਜਿਹੜਾ ਹੈ, ਲੀਗਲ ਵੈਬ ਜਿਹੜਾ ਇਹਨਾਂ ਹੈਜ਼ਰਡ ਹੋ ਗਿਆ ਕਿ ਵੱਡੀ ਮੱਛਲੀਆਂ ਤਾਂ ਛਾਲ ਮਾਰ ਕੇ ਨਿਕਲ ਜਾਂਦੀਆਂ, ਜਿਹੜੇ ਛੋਟੇ ਕੀੜੇ ਮਕੌੜੇ ਉਹ ਫਸ ਕੇ ਰਹਿ ਜਾਂਦੇ ਆ। ਸੋ ਇਸ ਤਰ੍ਹਾਂ ਸਾਨੂੰ ਇਹਨੂੰ ਚੈੱਕ ਕਰਨ ਦੀ ਲੋੜ ਹੈ। ਰੈਸਲਰਸ ਦੀ ਆਵਾਜ਼ ਪਾਰਲੀਮੈਂਟ ਦੇ ਕੰਨਾਂ ਤੱਕ ਨਹੀਂ ਪਹੁੰਚੀ। ਮੇਰਾ ਖਿਆਲ ਹੈ ਤੁਸੀਂ ਸਮਝ ਗਏ ਹੋ, ਤੁਸੀਂ ਸ਼ੁਰੂ ਵਿੱਚ ਗੱਲ ਵੀ ਕੀਤੀ ਹੈ। ਤੇ ਫਿਰ ਸਾਡੇ ਲਾਅ ਮੇਕਰ ਕਿਹੋ ਜਿਹੇ ਲਾਅ ਬਣਾਉਣਗੇ ਤੇ ਕਿਹੋ ਜਿਹੇ ਜੱਜ ਅਪੁਆਇੰਟ ਕਰਨਗੇ? ਇਹ ਇੱਕ ਬੜਾ ਵੱਡਾ ਸਵਾਲ ਹੈ ਜਾਂ ਇੱਕ ਛੋਟਾ ਸਵਾਲ ਹੈ? ਸਰ ਦੇਖੋ, ਲਾਅ ਮੇਕਰਸ ਨੇ ਆਲਰੇਡੀ ਗੱਲ ਕਰਤੀ, ਕਿਉਂਕਿ ਆਲਰੇਡੀ ਬੀਜੇਪੀ ਦਾ ਮਿਨਿਸਟਰ ਹੈ, ਅਤੇ ਇਹ ਗੱਲ ਪਾਰਟੀ ਓਰੀਐਂਟਿਡ ਜ਼ਿਆਦਾ ਹੋ ਗਈ ਹੈ ਰਾਦਰ ਦੈਨ ਰੈਸਲਿੰਗ। ਇੱਕ ਮੈਂ ਹੋਰ ਗੱਲ ਨੋਟਿਸ ਕੀਤੀ ਸਰ, ਉੱਥੇ ਜਾ ਕੇ ਪਰਸਨਲੀ ਜੋ ਮੈਂ ਗੱਲ ਨੋਟਿਸ ਕੀ ਹੋ ਗਿਆ, ਮੈਨੂੰ ਵਿਜ਼ਿਟ ਕੀਤੇ ਨੂੰ ਮੈਨੂੰ ਲੱਗਦਾ 1 ਮਹੀਨਾ ਹੋ ਚੁੱਕਾ,
ਤੇ ਜਦੋਂ ਮੈਂ ਉੱਥੇ ਵਿਜ਼ਿਟ ਕੀਤਾ ਮੈਂ ਉੱਥੇ ਦੇਖਿਆ ਸਰ ਇਹਨੂੰ ਇੱਕ ਹੋਰ ਐਂਗਲ ਦਿੱਤਾ ਜਾ ਰਿਹਾ ਬਾਈ ਮੀਡੀਆ ਐਂਡ ਬਾਈ ਫਿਊ ਸਟੇਟ ਐਕਟਰਸ ਜਿਹਨੂੰ ਆਪਾਂ ਕਹਿੰਦੇ ਆ, ਉਹ ਇਹਨੂੰ ਐਂਗਲ ਦੇ ਰਿਹਾ ਸਰ ਜਾਟ ਕਮਿਊਨਿਟੀ। ਐਂਗਲ ਇਹ ਦਿੱਤਾ ਗਿਆ ਕਿ ਜਾਟ ਕਮਿਊਨਿਟੀ ਦੇ ਲੋਕਾਂ ਤੇ ਨੇ ਜਿਹੜਾ ਹੈ ਇਹਨੂੰ ਇੱਕ ਐਂਗਲ ਦੇ ਕੇ ਵੀ ਕਿਉਂਕਿ ਇਹ ਰੈਸਲਰਸ ਜਿਹੜਾ ਇੱਕ ਕਮਿਊਨਿਟੀ ਦੇ ਨੇ ਤੇ ਇਹਨਾਂ ਨਾਲ ਇਹ ਧੱਕਾ ਕੀਤਾ ਗਿਆ, ਉਸ ਤਰ੍ਹਾਂ ਇਹਨੂੰ ਇਸ਼ੂ ਨੂੰ ਫਾਇਰ ਨੂੰ ਫਿਊਲ ਕਰ ਰਹੇ ਆ ਜੀ, ਫੈਨ ਕਰ ਰਹੇ ਇਸ ਫਾਇਰ ਨੂੰ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਐਵੇਂ ਕਰਨ ਨਾਲ ਅਗੇਨ ਰਿਲੀਜਨ ਬੇਸਡ ਜਾਂ ਕਮਿਊਨਿਟੀ ਬੇਸਡ ਜਿੱਥੇ ਝਗੜਾ ਆ ਜਾਂਦਾ ਉੱਥੇ ਡੈਫੀਨਿਟਲੀ ਗੱਲ ਸੁਣੀ ਜਾਂਦੀ ਹੈ, ਪਰ ਅਗੇਨ ਉੱਤੇ ਹੋ ਨਹੀਂ ਰਿਹਾ। ਤਾਂ ਅਗੇਨ ਸਟੇਟ ਆਫ ਹਰਿਆਣਾ ਹੈਜ਼ ਬਿਕਮ ਪ੍ਰੋਐਕਟਿਵ, ਕਿਉਂਕਿ ਉਹਨਾਂ ਨੂੰ ਅਗੇਨ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਲੁੱਤੀ ਲਗਾਈ ਜਾ ਰਹੀ ਹੈ ਕਿ ਬਈ ਜਿਵੇਂ ਸਾਡੇ ਫਾਰਮਰਸ ਪ੍ਰੋਟੈਸਟ ਸੀ ਉਸੇ ਤਰ੍ਹਾਂ ਰਾਕੇਸ਼ ਟਕੈਤ ਲੀਡਰ ਜਿਹੜੇ ਉਹ ਉੱਥੇ ਪਹੁੰਚ ਗਏ ਆ, ਹੋਰ ਕਈ ਐਸੇ ਲੀਡਰਸ ਉੱਥੇ ਪਹੁੰਚ ਗਏ ਆ ਫਾਰਮਰਸ ਪ੍ਰੋਟੈਸਟ ਵਾਲੇ, ਇਹ ਸੋਚ ਕੇ ਕਿ ਉਹਨੂੰ ਇੱਕ ਐਂਗਲ ਦਿੱਤਾ ਗਿਆ ਹੈ ਜਾਟ ਕਮਿਊਨਿਟੀ ਦਾ ਕਿ ਵੀ ਉਹਨਾਂ ਦੀ ਕੁੜੀਆਂ ਨਾਲ ਦੇਖੋ ਇਹ ਧੱਕਾ ਕੀਤਾ ਜਾ ਰਿਹਾ। ਸੋ ਉਸ ਤਰ੍ਹਾਂ ਜਿਹੜਾ ਹੈ ਅਗੇਨ ਪੋਲੀਟਿਕਸ ਹੈਜ਼ ਕ੍ਰੀਪਡ ਇਨ, ਤਾਂ ਪ੍ਰੋਬਲਮ ਤਾਂ ਓਬਵੀਅਸਲੀ ਵਧਣੀ ਸੀ, ਲੇਕਿਨ ਸਟਿਲ ਉਹਦੇ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ। ਹੁਣ ਮੋਦੀ ਨਾਲ ਉਹੀ ਵਾਲਾ ਹਿਸਾਬ ਹੋਣਾ ਜਿਵੇਂ ਇੱਥੇ ਕਿਸਾਨਾਂ ਨੇ ਫਾਰਮਰਸ ਪ੍ਰੋਟੈਸਟ ਕਰਕੇ ਮੋਦੀ ਨੂੰ ਮਜਬੂਰ ਕਰ ਦਿੱਤਾ ਸੀ, ਉਸੇ ਤਰ੍ਹਾਂ ਉੱਥੇ ਜਾਟ ਕਮਿਊਨਿਟੀ ਜਿਹੜੀ ਹੈ ਉਹਨਾਂ ਨੂੰ ਮਜਬੂਰ ਕਰ ਦੇਗੀ PM ਨੂੰ ਟੂ ਟੇਕ ਸਮ ਐਕਸ਼ਨ ਓਵਰ ਦਿਸ ਇਸ਼ੂ। ਪਲੱਸ ਸਰ ਗੱਲ ਕੀਤੀ ਜਾਵੇ ਜੇ ਤੁਸੀਂ ਲੇਟੈਸਟ ਵੀਡੀਓ ਦੇਖੀ ਹੋਣੀ BJP ਸਾਂਸਦ ਜਿਹੜੇ ਮੀਨਾਕਸ਼ੀ ਲੇਖੀ ਮੈਡਮ ਕਿਸ ਤਰ੍ਹਾਂ ਭੱਜ ਰਹੇ ਸੀਗੇ ਇਸ ਸਿਚੁਏਸ਼ਨ ਤੋਂ, ਉਹ ਮੈਨੂੰ ਲੱਗਦਾ ਬਹੁਤ ਇਮੈਚੁਰ ਐਕਟ ਸੀਗਾ ਮੈਡਮ ਦਾ। ਉਹ ਮੈਨੂੰ ਤਾਂ ਕਰਕੇ ਲੱਗਦਾ ਕਿਉਂਕਿ ਇਸ ਤਰ੍ਹਾਂ ਭੱਜਣਾ ਕਿਸੇ ਵੀ ਸਿਚੁਏਸ਼ਨ ਤੋਂ ਇਜ਼ ਨਾਟ ਦੀ ਰਾਈਟ ਸੋਲਿਊਸ਼ਨ। ਯੂ ਹੈਵ ਟੂ ਸਟੈਂਡ ਐਂਡ ਆਂਸਰ ਔਰ ਈਦਰ ਨਾਟ ਆਂਸਰ, ਡੋਂਟ ਸੇ ਐਨੀਥਿੰਗ। ਆਈ ਥਿੰਕ ਮੈਨੂੰ ਲੱਗਦਾ ਉਹ ਜ਼ਿਆਦਾ ਬੈਟਰ ਹੈ, ਲੇਕਿਨ ਇਸ ਤਰ੍ਹਾਂ ਸਿਚੁਏਸ਼ਨ ਤੋਂ ਭੱਜ ਜਾਣਾ ਇਜ਼ ਨਾਟ ਗੁੱਡ ਫॉर ਅ ਲੀਡਰ ਲਾਈਕ ਹਰ। ਤੇ ਮੈਨੂੰ ਲੱਗਦਾ ਬਾਕੀਆਂ ਨੂੰ ਵੀ ਗਲਤ ਮੈਸੇਜ ਜਾਏਗਾ ਕਿ ਤੁਸੀਂ ਭੱਜਣਾ ਸ਼ੁਰੂ ਕਰ ਦਿਓ, ਤੇ ਉਹ ਵਾਇਰਲ ਹੋ ਗਈ ਵੀਡੀਓ ਇੰਨੀ ਜ਼ਿਆਦਾ ਕਿ ਇਟ ਇਜ਼ ਅਗੇਨ ਐਨ ਇਨਸਲਟ ਟੂ ਅ ਲੇਡੀ। ਇਹ ਵੀ ਉਹ ਮੀਨਾਕਸ਼ੀ ਲੇਖੀ ਮੈਡਮ ਜਿਹੜੀ ਇੱਕ ਸੁਪਰੀਮ ਕੋਰਟ ਦੀ ਮੰਨੀ ਪਰਮੰਨੀ ਐਡਵੋਕੇਟ ਹੈ ਔਰ BJP ਦੀ ਸਾਂਸਦ ਹੈ, ਔਰ ਮੋਦੀ ਜੀ ਦੀ ਐਮਪਾਵਰਮੈਂਟ ਜਿਹੜੀ ਹੈ ਵਿਮਨ ਐਮਪਾਵਰਮੈਂਟ ਉਹਦਾ ਹਿੱਸਾ ਹੈ। ਉਹ ਵਿਮਨ ਐਮਪਾਵਰਮੈਂਟ ਜਿਹੜੀ ਹੈ ਗਵਰਨਮੈਂਟ ਦੇ ਵਿੱਚ 11 ਮੰਤਰੀ ਨੇ ਵਿਮਨ, ਉਹਨਾਂ ਨੂੰ ਵੀ ਨਾਲ ਲੈ ਕੇ ਨਹੀਂ ਚੱਲ ਸਕੀ। ਤੁਸੀਂ ਦੇਖੋ ਧੀ ਭਾਵੇਂ ਦਲਿਤ ਦੀ ਹੋਵੇ, ਜਾਟ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ, ਲੇਕਿਨ ਇਹ ਸਵਾਲ ਜਿਹੜਾ ਬਣਿਆ ਰਹੇਗਾ। ਇਹਦੇ ਲਈ ਤੁਹਾਡਾ ਫੀਡਬੈਕ ਮੰਗਾਂਗੇ, ਆਪਣਾ ਫੀਡਬੈਕ ਜ਼ਰੂਰ ਦੇਣਾ, ਗੱਲਾਂ ਵੀ ਕਰਨਾ ਤੇ ਨਾਲ ਸਾਨੂੰ ਦੱਸ ਵੀ ਦੇਣਾ ਕਿ ਇਹਦੇ ਵਿੱਚ ਹੋਰ ਕੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਹਾਡੇ ਵਿਚਾਰ ਦੇ ਵਲਵਲਿਆਂ ਵਿੱਚ ਆਈਆਂ ਔਰ ਜਿਨ੍ਹਾਂ ਨੂੰ ਅਸੀਂ ਇਸ ਦੇ ਵਿੱਚ ਸ਼ਾਇਦ ਅਗਲੀ ਅਟੈਂਪਟ ਦੇ ਵਿੱਚ ਫੇਰ ਕੋਈ ਗੱਲ ਕਰਨ ਦਾ ਯਤਨ ਕਰਾਂਗੇ। ਗੱਲਾਂ ਇੰਨੀਆਂ ਕੁ ਤੁਹਾਡੇ ਨਾਲ ਐਡਵੋਕੇਟ ਜਗਮੋਹਨ ਸਿੰਘ ਭੱਟੀ YouTube ਚੈਨਲ ਤੁਹਾਡੇ ਵਾਸਤੇ ਇਹ ਇੱਕ ਵਿਸ਼ੇਸ਼ ਪੇਸ਼ਕਸ਼ ਡਾਕਟਰ ਸਾਹਿਬ ਤੋਂ ਅੱਜ ਖੋਇਆ ਹੋਇਆ ਟਾਈਮ ਲੈ ਕੇ ਤੁਹਾਡੇ ਸਾਹਮਣੇ ਰੱਖਿਆ, ਕਿਉਂਕਿ ਡਾਕਟਰ ਸਾਹਿਬ ਬਹੁਤ ਬਿਜ਼ੀ ਰਹਿੰਦੇ ਨੇ ਔਰ ਇਹਨਾਂ ਨੂੰ ਪਕੜਨਾ ਔਰ ਇਹਨਾਂ ਦੀ ਵੇਟ ਕਰਨੀ ਜਿਹੜੀ ਹੈ ਇਹ ਇੱਕ ਬੜੀ ਵੱਡੀ ਗੱਲ ਹੈ, ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ ਹੈ ਇੱਕ ਵਡਮੁੱਲੇ ਹੁੰਦੇ ਨੇ, ਤਜਰਬਿਆਂ ਭਰੇ ਹੁੰਦੇ ਨੇ। ਗੱਲਾਂ ਇੰਨੀਆਂ ਕੁ ਤੁਹਾਡੇ ਨਾਲ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਸੋ ਮਚ।